ਹੈਲੋ ਡੀਅਰ ਸਟੂਡੈਂਟਸ, ਵੈਲਕਮ ਬੈਕ ਟੂ ਮਾਈ YouTube ਚੈਨਲ। ਸੋ ਇਸ ਵੀਡੀਓ ਦੇ ਵਿੱਚ ਬੱਚੇ ਅਸੀਂ 9th ਕਲਾਸ ਦਾ ਮਾਡਲ ਟੈਸਟ ਪੇਪਰ ਡਿਸਕਸ ਕਰਨ ਜਾ ਰਹੇ ਹਾਂ। ਸੋ ਬੱਚੇ ਇਹ ਤੁਹਾਡਾ ਮਾਡਲ ਟੈਸਟ ਪੇਪਰ ਹੈ ਜਿਹੜਾ ਕਿ ਤੁਹਾਡਾ 90 ਮਾਰਕਸ ਦਾ 90 ਮਿੰਟ ਦਾ ਜਿਹੜਾ ਤੁਹਾਨੂੰ ਟਾਈਮ ਦਿੱਤਾ ਜਾਏਗਾ। 90 ਮਿੰਟ ਮਤਲਬ ਬੱਚੇ ਡੇਢ ਘੰਟੇ ਦਾ ਤੁਹਾਨੂੰ ਟਾਈਮ ਦਿੱਤਾ ਜਾਏਗਾ ਔਰ ਟੋਟਲ 40 ਮਾਰਕਸ ਦਾ ਜਿਹੜਾ ਤੁਹਾਡਾ ਪੇਪਰ ਆ ਉਹ ਆਏਗਾ। ਸੋ ਅਸੀਂ 1 ਬਾਏ 1 ਬੱਚੇ ਇੱਕ ਕਰਕੇ ਜਿਹੜਾ ਆ ਤੁਹਾਡੇ MCQs ਡਿਸਕਸ ਕਰਾਂਗੇ। ਇੰਗਲਿਸ਼ ਔਰ ਪੰਜਾਬੀ ਮੀਡੀਅਮ ਦੋਨਾਂ ਦੇ ਵਿੱਚ ਬੱਚੇ ਪੇਪਰ ਹੈ। ਸੋ ਚਾਹੇ ਤੁਸੀਂ ਇੰਗਲਿਸ਼ ਮੀਡੀਅਮ ਦੇ ਹੋ ਚਾਹੇ ਤੁਸੀਂ ਪੰਜਾਬੀ ਮੀਡੀਅਮ ਦੇ ਆ ਤਾਂ ਕੋਈ ਵੀ ਦਿੱਕਤ ਨਹੀਂ ਆਏਗੀ ਜਦੋਂ ਅਸੀਂ ਇਹ ਮਾਡਲ ਟੈਸਟ ਪੇਪਰ ਕਰਾਂਗੇ। ਪਹਿਲਾਂ ਨੋਟੀਫਿਕੇਸ਼ਨ ਬੱਚੇ ਕਲੀਅਰਲੀ ਪੜ੍ਹ ਲਓ। ਆਲ ਕੁਐਸਚਨਸ ਆਰ ਕੰਪਲਸਰੀ, ਸਾਰੇ ਪ੍ਰਸ਼ਨ ਜ਼ਰੂਰੀ ਹਨ। ਇਹਦਾ ਮਤਲਬ ਕੋਈ ਵੀ ਕੁਐਸਚਨ ਤੁਹਾਨੂੰ ਆਪਸ਼ਨਲ ਨਹੀਂ ਆ, ਕੋਈ ਵੀ ਚੋਇਸ ਨਹੀਂ ਆ। ਇਹਦਾ ਮਤਲਬ ਤੁਹਾਨੂੰ ਪੇਪਰ ਦੇ ਅੰਦਰ ਸਾਰੇ ਕੁਐਸਚਨਸ ਅਟੈਂਪਟ ਕਰਨੇ ਪੈਣਗੇ। ਸੈਕਿੰਡ ਜਿਹੜੀ ਨੋਟੀਫਿਕੇਸ਼ਨ ਆ ਨੋਟਿਸ ਆ ਉਹਦੇ ਵਿੱਚ ਕੀ ਆ, ਦੇਅਰ ਆਰ 40 ਮਲਟੀਪਲ ਚੋਇਸ ਕੁਐਸਚਨਸ ਆਫ 1 ਬਾਏ 1 ਐਂਡ 1 ਮਾਰਕਸ। ਮਤਲਬ ਕਿ ਸਾਰੇ ਹੀ ਜਿਹੜੇ MCQs ਆ ਉਹ ਸਾਰੇ ਤੁਹਾਡੇ 1 ਮਾਰਕਸ ਦੇ ਕੁਐਸਚਨਸ ਹੋਣਗੇ। ਡਨ। ਸੋ ਚਲੋ ਬੱਚੇ ਸਟਾਰਟ ਕਰਦੇ ਹਾਂ ਕੁਐਸਚਨ ਨੰਬਰ 1 ਤੋਂ। ਵਿਚ ਆਫ ਦ ਫੋਲੋਇੰਗ ਇਜ਼ ਅ ਇਰਰੈਸ਼ਨਲ ਨੰਬਰ। ਇਹਨਾਂ ਵਿੱਚੋਂ ਕਿਹੜਾ ਇੱਕ ਅਪਰਿਮੇਯ ਸੰਖਿਆ ਹੈ। ਇਰਰੈਸ਼ਨਲ ਨੰਬਰ ਕਿਹੜੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਰੇਸ਼ੋ ਦੇ ਵਿੱਚ ਨਹੀਂ ਲਿਖ ਸਕਦੇ। ਫੋਰ ਐਗਜ਼ਾਮਪਲ ਹੁਣ ਬੱਚੇ 4 ਆ। 4 ਕੀ ਆ ਤੁਹਾਡਾ ਰੈਸ਼ਨਲ ਨੰਬਰ ਆ। ਕਿੱਦਾਂ ਰੈਸ਼ਨਲ ਆ? ਕਿਉਂਕਿ ਅਸੀਂ ਇਹਨੂੰ 4 ਡਿਵਾਈਡਡ ਬਾਈ 1 ਦੀ ਫਾਰਮ ਦੇ ਵਿੱਚ ਲਿਖ ਸਕਦੇ ਹਾਂ। ਕਲੀਅਰ ਹੋ ਗਿਆ। ਸਿਮਿਲਰਲੀ 0.37 ਪੁਆਇੰਟ ਆ ਬੱਚੇ, ਇਹਨੂੰ ਪੁਆਇੰਟ ਹਟਾ ਦਿਓ ਤਾਂ ਡਿਵਾਈਡਡ ਬਾਈ 100। 37 ਡਿਵਾਈਡਡ ਬਾਈ 100 ਮਤਲਬ ਇਹ ਵੀ ਰੈਸ਼ਨਲ ਨੰਬਰ ਹੋ ਗਿਆ ਤੁਹਾਡਾ। ਸੋ ਇਹ ਵੀ ਕਾਊਂਟ ਹੋਏਗਾ। ਉਹਨਾਂ ਨੇ ਕਿਹਾ ਆ ਕਿ ਇਹਨਾਂ ਵਿੱਚੋਂ ਕਿਹੜਾ ਇਰਰੈਸ਼ਨਲ ਆ। ਸੋ ਯਾਦ ਰੱਖਣਾ ਇਰਰੈਸ਼ਨਲ ਨੰਬਰ ਉਹ ਵਾਲੇ ਹੁੰਦੇ ਆ ਜਿਹਦੇ ਵਿੱਚ ਪਾਈ ਆ ਜਾਵੇ ਜਾਂ ਫਿਰ ਅੰਡਰ ਰੂਟ ਆ ਜਾਵੇ। ਹੁਣ ਧਿਆਨ ਦਿਓ ਕਿ ਸਾਡੇ ਕੁਐਸਚਨ ਦੇ ਵਿੱਚ 2 ਅੰਡਰ ਰੂਟ ਆ ਰਹੇ ਆ ਤਾਂ ਰੈਸ਼ਨਲ ਹੋ ਗਏ। ਆ ਕੀ ਆ? ਰੈਸ਼ਨਲ ਨੰਬਰਸ। ਸੈਕਿੰਡ ਔਰ ਥਰਡ ਕੀ ਆ ਤੁਹਾਡੇ? ਰੈਸ਼ਨਲ ਨੰਬਰ। ਅੰਡਰ ਰੂਟ ਕਿਹਦੇ ਵਿੱਚ ਆ ਰਿਹਾ? A ਔਰ D ਦੇ ਵਿੱਚ। ਇਹਦਾ ਮਤਲਬ 2 ਆਪਸ਼ਨਸ ਤਾਂ ਹੋ ਨਹੀਂ ਸਕਦੀਆਂ। ਅੰਡਰ ਰੂਟ ਜਿਹੜਾ 25 ਅਸੀਂ ਲਿਖ ਸਕਦੇ ਹਾਂ 15 ਗੁਣਾ 15। ਠੀਕ ਹੈ ਜੀ। 15 ਗੁਣਾ 15 ਕਿੰਨਾ ਹੁੰਦਾ? 225। ਇਹਦਾ ਮਤਲਬ ਇਹਨੂੰ ਅਗਰ ਅੰਡਰ ਰੂਟ ਤੋਂ ਬਾਹਰ ਨਿਕਾਲਾਂਗੇ ਪੇਅਰ ਬਣ ਰਿਹਾ ਤਾਂ 15 ਆਨਸਰ ਆ ਜਾਏਗਾ। ਤਾਂ 15 ਕੀ ਆ ਤੁਹਾਡਾ? ਰੈਸ਼ਨਲ ਨੰਬਰ। ਹੁਣ 23 ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੋ। 23 ਪਹਿਲੀ ਗੱਲ ਤਾਂ ਟੁੱਟੇਗਾ ਹੀ ਨਹੀਂ ਕਿਉਂਕਿ 23 ਆਪਣੇ ਹੀ ਟੇਬਲ ਤੇ ਜਾਂਦਾ ਆ। ਸੋ 23 ਅੰਡਰ ਰੂਟ ਦੇ ਅੰਦਰ ਹੀ ਰਹੇਗਾ। ਸੋ ਆਪਸ਼ਨ ਨੰਬਰ ਆ ਗਈ ਤੁਹਾਡੀ D ਇਜ਼ ਦ ਇਰਰੈਸ਼ਨਲ ਨੰਬਰ ਜਾਂ ਫਿਰ ਅਪਰਿਮੇਯ ਸੰਖਿਆ। ਕਲੀਅਰ ਹੋ ਗਿਆ ਜੀ। ਸੈਕੰਡ ਕੁਐਸਚਨ ਦੇਖੋ। ਇਫ px is equals to 2x plus 1 find the value of p1/2। ਕਹਿੰਦੇ ਜੇਕਰ px ਦੀ ਵੈਲਿਊ ਤੁਹਾਨੂੰ 2x plus 1 ਗਿਵਨ ਆ ਤਾਂ ਅਸੀਂ x ਦੀ ਜਗ੍ਹਾ ਤੇ ਕੀ ਪੁੱਟ ਕਰਨਾ ਆ? 1/2 ਪੁੱਟ ਕਰਨਾ। ਚਲੋ ਜੀ ਪੁੱਟ ਕਰਨਾ ਸਟਾਰਟ ਕਰਦੇ ਹਾਂ। ਸੋ x ਦੀ ਜਗ੍ਹਾ ਤੇ ਅਸੀਂ ਪੁੱਟ ਕਰ ਦਿੱਤਾ 1/2। x ਦੀ ਜਗ੍ਹਾ ਤੇ ਅਗੇਨ ਪੁੱਟ ਕਰ ਦਿੱਤਾ 1/2 ਪਲੱਸ 1। 2 ਦੇ ਨਾਲ 2 ਕੈਂਸਲ ਆਊਟ ਕਰ ਦਿੱਤਾ, ਆ ਗਿਆ 1 + 1। 1 + 1 ਬੱਚੇ ਕਿੰਨਾ ਆ ਗਿਆ? 2। ਠੀਕ ਹੈ ਜੀ। ਸੋ P ਦੀ ਵੈਲਿਊ 1/2 ਦਾ ਆਂਸਰ ਸਾਡਾ ਕਿੰਨਾ ਆਇਆ? 2। ਸੋ ਆਪਸ਼ਨ ਨੰਬਰ ਦੇਖ ਲਓ। ਪਹਿਲੇ ਨੰਬਰ ਤੇ A ਆਪਸ਼ਨ ਆ 2। ਸੋ ਆ ਤੁਹਾਡਾ ਫਾਈਨਲ ਆਂਸਰ ਆ ਗਿਆ। ਨੈਕਸਟ ਆ n ਦੀ ਪਾਵਰ 1/2 ਨੂੰ ਅਸੀਂ ਸੋਲਵ ਕਰਨਾ। ਕੀ ਅਸੀਂ 9 ਨੂੰ ਲਿਖ ਸਕਦੇ ਹਾਂ 3 × 3? 3 3 ਆ 9। ਇਹਦਾ ਮਤਲਬ 3 ਦੀ ਪਾਵਰ ਕਿੰਨੀ ਆ ਗਈ? 2। ਬਾਹਰ ਕਿੰਨਾ ਆ? -1/2। 2 ਦੇ ਨਾਲ 2 ਕੱਟਿਆ ਗਿਆ। ਇਹਦਾ ਮਤਲਬ 3 ਦੀ ਪਾਵਰ ਕਿੰਨੀ ਆ ਗਈ? -1। 3 ਦੀ ਪਾਵਰ -1। ਪਰ ਇੱਦਾਂ ਦੀ ਕੋਈ ਵੀ ਆਪਸ਼ਨ ਸਾਨੂੰ ਗਿਵਨ ਨਹੀਂ ਆ। -1 ਦਾ ਕੀ ਮਤਲਬ ਹੁੰਦਾ ਆ ਕਿ ਆਹ ਵਾਲੀ ਟਰਮ ਨੂੰ ਅਸੀਂ ਬਟੇ ਦੇ ਵਿੱਚ ਲਿਖ ਸਕਦੇ ਹਾਂ, ਮਤਲਬ ਰੇਸ਼ੋ ਦੀ ਫਾਰਮ ਦੇ ਵਿੱਚ ਲਿਖ ਸਕਦੇ ਹਾਂ। ਇਹਦਾ ਮਤਲਬ 3⁻⁻1 ਨੂੰ ਅਸੀਂ ਕਿੱਦਾਂ ਲਿਖ ਸਕਦੇ ਹਾਂ? 1/3। ਜਦੋਂ ਉੱਪਰ ਲਿਖਿਆ ਸੀ ਤਾਂ ਇਹਦੀ ਵੈਲਿਊ ਪਾਵਰ ਮਾਈਨਸ 'ਚ ਸੀ। ਜਦੋਂ ਇਹਨੂੰ ਬਟੇ 'ਚ ਲੈ ਗਏ ਤਾਂ 3 ਦੀ ਪਾਵਰ ਕਿੰਨੀ ਹੋ ਗਈ? ਪੋਜ਼ੀਟਿਵ ਦੇ ਵਿੱਚ। ਨੈਗੇਟਿਵ ਕੱਚ ਕਨਵਰਟ ਹੋ ਗਿਆ ਪੋਜ਼ੀਟਿਵ 'ਚ। ਇਹਦਾ ਮਤਲਬ 1/3 ਵੀ ਸਹੀ ਆਂਸਰ ਆ। ਸੋ B ਆਪਸ਼ਨ ਆ ਜਾਏਗਾ 1/3। ਡਨ। ਨੈਕਸਟ ਆ ਜਾਓ। ਦ ਰੈਸ਼ਨਲ ਨੰਬਰ ਬਿਟਵੀਨ 1/5 ਐਂਡ 1/3। ਹੁਣ 1/5 ਔਰ 1/3 ਦੇ ਵਿਚਕਾਰਲਾ ਅਸੀਂ ਰੈਸ਼ਨਲ ਨੰਬਰ ਪਰਿਮੇਯ ਸੰਖਿਆ ਪਤਾ ਕਰਨੀ ਆ। ਬੱਚੇ ਪਰਿਮੇਯ ਸੰਖਿਆ ਜਿਹੜਾ ਰੈਸ਼ਨਲ ਨੰਬਰ 1/5 ਤੇ 1/3 'ਚ ਕਿੱਦਾਂ ਪਤਾ ਕਰਾਂਗੇ? ਪਹਿਲਾਂ ਤਾਂ ਜਿਹੜਾ ਸਾਡਾ ਡਿਨੋਮੀਨੇਟਰ ਆ, ਹੇਠਾਂ ਵਾਲੀ ਟਰਮ ਆ, ਉਹ ਜਿਹੜੀ ਬਰਾਬਰ ਹੋਣੀ ਚਾਹੀਦੀ ਆ। ਬਰਾਬਰ ਇਨ ਦਾ ਸੈਂਸ ਆ 5 ਆ, ਆ 3 ਆ। ਇੱਦਾਂ ਦੀ ਟਰਮ ਨਾਲ ਮਲਟੀਪਲਾਈ ਤੇ ਡਿਵਾਈਡ ਕਰਾਂਗੇ ਕਿ ਜਿਹੜੀ ਆਹ ਟਰਮ ਆ ਸਾਡੀ ਬਰਾਬਰ ਆ ਜਾਵੇ। ਇਹਦਾ ਮਤਲਬ
ਆਹ ਵਾਲੀ ਟਰਮ ਨੂੰ ਅਸੀਂ ਬਰਾਬਰ ਕਰਨ ਦੇ ਲਈ 3 ਦੇ ਨਾਲ ਮਲਟੀਪਲਾਈ ਤੇ 3 ਦੇ ਨਾਲ ਡਿਵਾਈਡ ਕਰ ਦਿੱਤਾ। ਨੀਚੇ ਵਾਲੀ ਟਰਮ ਨੂੰ ਬਰਾਬਰ ਕਰਨ ਦੇ ਲਈ 5 ਦੇ ਨਾਲ ਮਲਟੀਪਲਾਈ ਤੇ 5 ਦੇ ਨਾਲ ਡਿਵਾਈਡ ਕਰ ਦਿੱਤਾ। 3 1 3, 5 3 15। ਨੈਕਸਟ ਆ 5 1 5 ਡਿਵਾਈਡਡ ਬਾਈ 3 5 15 ਹੋ ਗਏ ਬੇਸ ਸੇਮ 15। ਠੀਕ ਆ, ਹੁਣ ਧਿਆਨ ਦੇਖੋ 3/15 ਫਿਰ ਆ ਗਿਆ 4/15 ਫਿਰ ਆ ਗਿਆ 5/15। ਉਹਨਾਂ ਨੇ ਕਿਹਾ 3/15 ਔਰ 5/15 ਦੇ ਵਿਚਕਾਰ ਕਿਹੜੀ ਟਰਮ ਆ ਰਹੀ ਆ 4/15। ਸੋ ਆਪਸ਼ਨ ਤੁਹਾਡੀ ਕੀ ਆ ਗਈ 4/15। ਡਨ। ਨੈਕਸਟ ਦੇਖੋ ਜੀ, ਅ ਰੈਸ਼ਨਲ ਨੰਬਰ ਕੈਨ ਬੀ ਐਕਸਪ੍ਰੈਸਡ, ਕਹਿੰਦੇ ਪਰਿਮੇਯ ਸੰਖਿਆ ਆ ਜਿਹੜੀ ਉਹਨੂੰ ਕਿਸ ਰੂਪ ਦੇ ਵਿੱਚ ਲਿਖਿਆ ਜਾ ਸਕਦਾ। P/Q ਦੀ ਫਾਰਮ 'ਚ ਅਗਰ ਲਿਖਿਆ ਜਾ ਸਕਦਾ ਤਾਂ ਇਹਦਾ ਮਤਲਬ ਕੀ ਆ ਬੱਚੇ। ਇਹ ਤੁਹਾਡੀ ਬੁੱਕ ਦੀ ਪਹਿਲੇ ਚੈਪਟਰ ਦੇ ਪਹਿਲੀ ਡੈਫੀਨੇਸ਼ਨ ਆ। ਰੈਸ਼ਨਲ ਨੰਬਰ ਕੈਨ ਬੀ ਐਕਸਪ੍ਰੈਸਡ ਇਨ ਦ ਫਾਰਮ ਆਫ P/Q ਵੇਅਰ P ਐਂਡ Q ਆਰ ਇੰਟੀਜਰਸ ਐਂਡ Q ਨਾਟ ਇਕੁਅਲ ਟੂ 0। ਠੀਕ ਹੈ ਜੀ। ਸੋ P ਐਂਡ Q ਕੀ ਆ ਇੰਟੀਜਰਸ। ਇੰਟੀਜਰਸ ਮਤਲਬ C ਆਪਸ਼ਨ ਆ। P ਐਂਡ Q ਕੀ ਆ ਤੁਹਾਡੇ ਇੰਟੀਜਰਸ, ਜਿਸ 'ਚ Q ਜਿਹੜਾ ਨਾਟ ਇਕੁਅਲ ਟੂ 0, ਮਤਲਬ Q ਦੀ ਵੈਲਿਊ 0 ਨਹੀਂ ਹੋਣੀ ਚਾਹੀਦੀ, ਹੋਰ ਜੋ ਮਰਜ਼ੀ ਹੋਵੇ। ਨੈਕਸਟ ਦੇਖੋ, ਵੈਨ ਵੀ ਰੈਸ਼ਨਲਾਈਜ਼ ਦ ਡਿਨੋਮੀਨੇਟਰ, ਅਗਰ ਅਸੀਂ ਡਿਨੋਮੀਨੇਟਰ ਕਿਹਾ ਜਾਂਦਾ ਬੱਚੇ ਜਿਹੜੀ ਹੇਠਲੀ ਟਰਮ ਹੁੰਦੀ ਆ। ਜੇਕਰ 1/7 ਦੇ ਹਰ ਨੂੰ, ਹਰ ਮਤਲਬ ਡਿਨੋਮੀਨੇਟਰ ਨੂੰ ਅਸੀਂ ਰੈਸ਼ਨਲਾਈਜ਼ ਕਰੀਏ, ਮਤਲਬ √7 ਆ, √7 ਨਾਲ ਮਲਟੀਪਲਾਈ ਤੇ √7 ਨਾਲ ਡਿਵਾਈਡ ਕੀਤਾ ਤਾਂ ਕੀ ਆ ਜਾਏਗਾ √7। ਇੱਥੇ ਕੀ ਆ ਜਾਊਗਾ √7 ਦਾ ਹੋਲ ਸਕੇਅਰ। ਸਕੇਅਰ ਦੇ ਨਾਲ ਅੰਡਰ ਕੱਟਿਆ ਗਿਆ, ਸਾਡੇ ਕੋਲ ਆਂਸਰ ਕਿੰਨਾ ਆ ਗਿਆ √7/7। ਉਹਨਾਂ ਨੇ ਕਿਹਾ √K/7 ਇਹਦਾ ਆਂਸਰ ਆਏਗਾ। ਉਹਨਾਂ ਨੇ ਕਿਹਾ ਵੈਲਿਊ ਪਤਾ ਕਰੋ K ਦੀ ਵੈਲਿਊ ਕਿੰਨੀ ਆ। ਹੁਣ ਦੇਖੋ ਅੰਡਰ ਨਾਲ ਮੈਚ ਕਰ ਰਿਹਾ, 7 ਨਾਲ 7 ਮੈਚ ਕਰ ਰਿਹਾ, ਤਾਂ K ਨਾਲ ਕੀ ਮੈਚ ਕਰੂਗਾ 7। ਇਹਦਾ ਮਤਲਬ ਆਂਸਰ ਕਿੰਨਾ ਆ ਜਾਏਗਾ B7। ਗਲਤੀ ਨਾਲ ਵੀ √7 ਨਾਲ ਲਗਾ ਦਿਓ, ਕਿਉਂਕਿ ਜੇ ਇੱਥੇ ਕੱਲਾ ਬੱਚੇ K ਪੁੱਛਿਆ ਹੁੰਦਾ K/7 ਕਿਹਦੇ ਇਕੁਅਲ ਆ ਤਾਂ √7 ਆਉਣਾ ਸੀ। ਉਹਨਾਂ ਨੇ ਹੁਣ √ ਪਹਿਲਾਂ ਹੀ ਲਗਾਇਆ ਹੋਇਆ, √7/7 ਕਿਹਦੇ √K/7 ਕਿਹਦੇ ਬਰਾਬਰ ਆ 7 ਦੇ। ਸੋ B ਆਪਸ਼ਨ ਇਜ਼ ਦਾ ਰਾਈਟ ਆਂਸਰ। 7th ਕੁਐਸਚਨ ਦੇਖੋ, ਦ ਪ੍ਰੋਡਕਟ ਆਫ ਨॉन ਜ਼ੀਰੋ ਰੈਸ਼ਨਲ ਨੰਬਰ। ਨॉन ਜ਼ੀਰੋ ਮਤਲਬ ਗੈਰ ਸਿਫਰ ਪਰਿਮੇਯ ਸੰਖਿਆ ਐਂਡ ਇਰਰੈਸ਼ਨਲ ਮਤਲਬ अपरिमेय ਸੰਖਿਆ, ਦੋਨਾਂ ਦਾ ਪ੍ਰੋਡਕਟ ਕੀ ਹੋਏਗਾ। ਅਸੀਂ ਕੋਈ ਨॉन ਰੈਸ਼ਨਲ ਨੰਬਰ ਜਿਹੜਾ ਆ, ਨॉन ਜ਼ੀਰੋ ਰੈਸ਼ਨਲ ਨੰਬਰ, ਨॉन ਜ਼ੀਰੋ ਮਤਲਬ ਜ਼ੀਰੋ ਨੂੰ ਛੱਡ ਕੇ ਕੋਈ ਵੀ ਰੈਸ਼ਨਲ ਨੰਬਰ ਲੈ ਲਓ। ਰੈਸ਼ਨਲ ਨੰਬਰ ਅਸੀਂ ਲੈ ਲਿਆ 2। ਠੀਕ ਹੈ ਬੱਚੇ, ਜਿੰਨੀ ਵੀ ਗਿਣਤੀ ਹੈ ਸਾਰੀ ਰੈਸ਼ਨਲ ਨੰਬਰ ਹੀ ਆ, ਬਟਾ 1 ਕਰ ਦਾਂਗੇ ਤਾਂ 2/1 ਬਣ ਗਿਆ। ਰੈਸ਼ਨਲ ਤੋਂ ਯਾਦ ਰੱਖਿਓ ਵੀ ਰੇਸ਼ੋ ਦੀ ਫਾਰਮ ਦੇ ਵਿੱਚ ਜਿਹਨੂੰ ਅਸੀਂ ਲਿਖ ਸਕਦੇ ਹੋਈਏ। ਇਰਰੈਸ਼ਨਲ ਕਿਹੜੇ ਹੁੰਦੇ ਆ, ਜਿਹਦੇ ਵਿੱਚ ਪਾਈ ਜਾਂ ਫਿਰ ਅੰਡਰ ਵਾਲੀਆਂ ਟਰਮਸ ਆ ਜਾਣ। ਮੈਨੂੰ ਮਲਟੀਪਲਾਈ ਕਰ ਦਿੱਤਾ √2 ਦੇ ਨਾਲ, 2 ਨੂੰ ਅਸੀਂ ਬਾਹਰ ਕੱਢ ਨਹੀਂ ਸਕਦੇ, ਕਹਿੰਦੇ ਆ ਦੋਨਾਂ ਦਾ ਮਲਟੀਪਲਾਈ ਕਰ ਦਿਓ ਤਾਂ ਆਂਸਰ 2√2 ਹੀ ਆਏਗਾ। ਇਹ ਨਹੀਂ ਆ ਕਿ √4 ਆ ਜਾਊਗਾ, ਆ ਹੀ ਨਹੀਂ ਸਕਦਾ, ਕਿਉਂਕਿ ਆਹ ਕੀ ਆ ਰੈਸ਼ਨਲ ਨੰਬਰ ਤੇ ਆਹ ਕੀ ਆ ਇਰਰੈਸ਼ਨਲ ਨੰਬਰ। ਪਰਿਮੇਯ ਤੇ अपरिमेय ਸੰਖਿਆ ਨੂੰ ਜਦੋਂ ਵੀ ਅਸੀਂ ਮਲਟੀਪਲਾਈ ਕਰਾਂਗੇ, ਗੁਣਾ ਕਰਾਂਗੇ, ਹਮੇਸ਼ਾ ਹੀ अपरिमेय ਆਂਸਰ ਆਏਗਾ। ਸੋ ਆਂਸਰ A ਆ always irrational number. Next if the length of the rectangle is x plus 2 centimeter, अगर ਜਿਹੜਾ length ਆ ਉਹ ਇੰਨਾ ਆ ਔਰ breadth ਇੰਨਾ ਆ ਤਾਂ ਉਹ ਕਹਿੰਦੇ ਏਰੀਆ ਪਤਾ ਕਰੋ। ਬੱਚੇ ਏਰੀਆ ਦਾ ਫਾਰਮੂਲਾ ਕੀ ਹੁੰਦਾ length into breadth। ਇਹਦਾ ਮਤਲਬ length ਕਿਹਦੇ ਇਕੁਅਲ ਆ, length ਕਿੰਨਾ ਆ x plus 2 ਔਰ breadth ਕਿੰਨਾ ਆ x plus 1। ਹੁਣ ਬੱਚੇ ਇਦਾਂ ਦੀ ਟਰਮ ਨੂੰ ਕਿੱਦਾਂ ਸੋਲਵ ਕਰੀਦਾ। ਪਹਿਲੀ ਟਰਮ ਨੂੰ ਪਿਛਲੀ ਬ੍ਰੈਕਟ ਦੇ ਨਾਲ ਮਲਟੀਪਲਾਈ ਕਰ ਦਿੱਤਾ। ਪਹਿਲੀ ਟਰਮ ਕੌਣ ਆ x, ਪਿਛਲੀ ਬ੍ਰੈਕਟ ਕੌਣ ਆ x plus 1। ਦੂਸਰੀ ਟਰਮ plus 2 ਆ, ਉਹਨੂੰ ਵੀ ਪਿਛਲੀ ਵਾਰੀ ਬ੍ਰੈਕਟ ਦੇ ਨਾਲ ਮਲਟੀਪਲਾਈ ਕਰ ਦਿੱਤਾ। ਹੁਣ x ਨੂੰ x ਨਾਲ ਮਲਟੀਪਲਾਈ ਕੀਤਾ x², x ਨੂੰ 1 ਨਾਲ ਮਲਟੀਪਲਾਈ ਕੀਤਾ plus x, 2 ਨੂੰ x ਨਾਲ ਮਲਟੀਪਲਾਈ ਕੀਤਾ 2x, 2 ਨੂੰ 1 ਨਾਲ ਮਲਟੀਪਲਾਈ ਕੀਤਾ ਤਾਂ 2। ਹੁਣ ਧਿਆਨ ਨਾਲ ਦੇਖੋ x² ਪਲਸ ਆ ਦੋਨਾਂ ਨੂੰ ਪਲਸ ਕੀਤਾ 3x plus 2। ਸੋ ਆਂਸਰ ਕਿੰਨਾ ਆ ਗਿਆ x² plus 3x plus 2। ਉਸ ਹਿਸਾਬ ਨਾਲ ਤੁਹਾਡਾ ਆਂਸਰ ਆ ਗਿਆ C ਆਪਸ਼ਨ। ਕਲੀਅਰ ਹੋ ਗਿਆ ਜੀ। ਜੇ ਬੱਚੇ ਤੁਹਾਨੂੰ ਸਾਰੇ ਕੁਐਸਚਨਸ ਕਲੀਅਰਲੀ ਸਮਝ ਲੱਗ ਰਿਹਾ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦੇਣਾ। ਅਗਰ ਤੁਹਾਡੀ ਸਕੂਲ ਦੇ ਕੋਈ ਹੋਰ ਬੱਚੇ ਆ ਜਾਂ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਜਾਂ ਤੁਹਾਡੇ ਰਿਲੇਟਿਵਸ ਦੇ ਵਿੱਚ ਅਗਰ ਕੋਈ ਹੈ 9th ਕਲਾਸ ਦਾ ਸਟੂਡੈਂਟ ਤਾਂ ਪਲੀਜ਼ ਉਹਨਾਂ ਦੇ ਨਾਲ ਵੀਡੀਓ ਸ਼ੇਅਰ ਕਰ ਦੇਣਾ। ਚਲੋ 9th ਕੁਐਸਚਨ ਦੇਖਦੇ ਹਾਂ। ਕੋਆਰਡੀਨੇਟ ਆਫ ਅ ਪੁਆਇੰਟ ਵੇਅਰ 2 axes intersect।
उन्होंने क्या वो बिंदु के निर्देश अंक जिथे दो धुरे आपस में कटते हो, दो धुरे पहला तो आप दो धुरे बना लैने, दो एक्सिस बना लैने, एक एक्स एक्सिस और एक वाई एक्सिस। अगर असी दोनों नू एक पॉइंट ते कटते हाँ तो किहड़े पॉइंट ते कटते हैं 0,0 ते आंसर आ जाऊगा बी 0,0। नैक्सट है इन द कार्टीजियन प्लेन, एक कार्टीजियन समतल तुहाडे को प्लेन आ, द हॉरिजोंटल लाइन, बच्चे आ वाली हॉरिजोंटल लाइन हुंदी आ और आ वाली वर्टिकल लाइन, तो हॉरिजोंटल लाइन नू की कहा जाता एक्स एक्सिस। सो असी आंसर लिख दिता एक्स एक्सिस। नैक्सट आ जाओ क्वेश्चन नंबर 11 ते, फाइंड द वैल्यू ऑफ के दी कहते वैल्यू पता करो अगर x माइनस 1 इज़ अ फैक्टर ऑफ पी एक्स, अगर ये इहदा फैक्टर आ। इनू सॉल्व करने के लिए असी की करांगे, सब तो पहला आ वाली टर्म नू जिहड़ा है -1 दे 0 के इक्वल लिख दो। सो -1 उधर जाएगा तो की हो जाएगा +1। सो x की वैल्यू साडे को कितनी आ गई 1। क्लीयर हो गया जी। हुण आ वाली टर्म च पुट करांगे, पुट किया P1 के दी जगह ते k, x की जगह ते 1 दा स्क्वायर -3 x की जगह ते 1 k की जगह ते k। हुण px P1 की जगह ते असी वैल्यू की पुट करांगे 0, क्योंकि उन्होंने क्या होया कि एक गुणनखंड होवेगा। सो px थोड़ा की हो जाऊगा 0। इधर आ गया k, क्योंकि 1 का स्क्वायर 1 होएगा, 1 नू k नाल मल्टीप्लाई करांगे k, 3 1 जा 3 प्लस k। ठीक है जी। हुण k नू k ने ऐड किया तो साडे को कितना आ गया 2k -3 = 0। हुण 3 उधर लै जाओ की आ जाएगा +3। हुण आ 2 ये पैरों च लै जाओ तो k का आंसर कितना आ जाऊगा 3/2। सो आ तुहाडा फाइनली आंसर आ गया 3/2। सो 3/2 देख लो बच्चे, तुहाडा सी ऑप्शन जिहड़ा आ ओह राइट आंसर आ। डन। अगला देखो जी, फाइंड द रिमाइंडर when x³ + 3x² + 3x + 1 is divided by x minus 1। x + 1 कहते रिमाइंडर पता करो किन्ना, जो असीं भाग किया तो किन्ना बाकी बचेगा। सब तो पहला असीं की कीता x + 1 नू = 0 लिख दिता, इत्थों x की वैल्यू आ गई -1, x की वैल्यू आ गई -1। हुण आपां आ टर्म च पुट करनी है, इत्थे आ गया -1 दा क्यूब +3 -1 दा स्क्वायर +3 -1 +1। ठीक है जी, पुट कर दी। हुण जिहदी बच्चे पावर ऑड होवे, ऑड मतलब जिहड़ा कि 2 दे टेबल ते ना जांदा होवे। 2 दे टेबल ते किहड़े किहड़े ईवन नंबर्स जांदे आ, लाइक 2 4 6 8 10, ये सारे ईवन नंबर आ। ऑड नंबर्स किहड़े हुंदे आ जिहड़े 2 दे टेबल ते ना जांदे होण। फॉर एग्जाम्पल 3 5 7 9 11 13 15, ये कोई भी 2 दे टेबल ते नहीं जाते, उन्होंने कहा जाता ऑड नंबरस। सो अगर ऑड नंबर आ उपर 3 आ तो इत्थे माइनस ही बचिया रह जाएगा, प्लस आ 3 आ। हुण बच्चे तो ईवन नंबर है, इसका मतलब माइनस खत्म हो जाऊगा। सो मल्टीप्लाई बाय 1, 1 नू 3 नाल मल्टीप्लाई किया 3, अगे आ गया 3 1 जा 3 प्लस माइनस माइनस माइनस, इत्थे आ गया 3 +1 आ रहा, आ वाला +1 माइनस ना कटिया गया, प्लस का 3 माइनस 3 ना कटिया गया, आंसर आ गया 0। इसका मतलब रिमाइंडर कितना होएगा तुहाडा 0, आंसर आ गया 0। नैक्सट आ फाइंड द कोआर्डीनेट ऑफ पॉइंट A एंड B फ्रॉम द गिवन फिगर। ध्यान नाल बच्चे फिगर देखो, पहला तो आ तुहानू फिगर गिवन आ, वो कहते A ते B दे पॉइंट पता करो। ठीक है, आ रहा एक्स एक्सिस से कितनी वैल्यू आ 4, वाई एक्सिस से कोई नहीं हैगी तो 0। हुण बी ते कितनी वैल्यू आ, एक्स एक्सिस की कोई वैल्यू नहीं आ 0, तो वाई एक्सिस से कितनी आ 3, तो कॉमा 3। आंसर आ जाएगा 4,0 0,3, 4,0 0,3। सो ऑप्शन नंबर जी ए आ ओह राइट आंसर आ। नैक्सट आ उस बिंदु विच जिस विच भुज अते कोट दे उल्ट चिन्ह हुंदे हन, एप्सिका ते ऑर्डिनेट हैव ऑपोजिट साइन, जिहदे विच ऑपोजिट साइन होण असी इदां दे वैल्यू पता करनी आ। सो बच्चे इहदा मतलब की आ एक्स एक्सिस और इहदा मतलब की आ वाई एक्सिस, दोनों दे सानू ऑपोजिट साइन चाहिए आ। हुण ध्यान नाल ग्राफ देखो, इधर की आ पॉजिटिव पॉजिटिव नेगेटिव नेगेटिव, ਇਹਦਾ मतलब इत्थे की होएगा पॉजिटिव कॉमा पॉजिटिव, इधर की होगी एक्स एक्सिस की नेगेटिव वैल्यू शुरू होगी, नेगेटिव कॉमा वाई की वैल्यू पॉजिटिव।
ਹੁਣ ਇੱਧਰ ਦੇਖੋ ਆ ਵੀ ਸਾਰੀਆਂ ਨੈਗੇਟਿਵ ਵੈਲਿਊ, ਆ ਵੀ ਸਾਰੀਆਂ ਨੈਗੇਟਿਵ ਵੈਲਿਊ, ਇਹਦਾ ਮਤਲਬ ਐਕਸ ਐਕਸਿਸ ਵੀ ਨੈਗੇਟਿਵ ਆ ਔਰ ਵਾਈ ਐਕਸਿਸ ਵੀ ਨੈਗੇਟਿਵ ਆ। ਹੁਣ ਇੱਧਰ ਆ ਜਾਓ, ਐਕਸ ਐਕਸਿਸ ਕੀ ਸੀ ਪੋਜ਼ਿਟਿਵ ਤੇ ਵਾਈ ਐਕਸਿਸ ਕੀ ਆ ਨੈਗੇਟਿਵ। ਹੁਣ ਕਹਿੰਦੇ ਇੱਦਾਂ ਦੇ ਜਿਹੜੇ ਆ ਕੁਆਡਰੈਂਟ ਜਾਂ ਚੌਥਾਈ ਪਤਾ ਕਰੋ। ਇਹਨੂੰ ਕਹਿ ਦਿੰਦੇ ਆ ਫਸਟ ਕੁਆਡਰੈਂਟ, ਠੀਕ ਹੈ, ਇਹਨੂੰ ਕਹਿ ਦਿੰਦੇ ਆ ਸੈਕੰਡ ਕੁਆਡਰੈਂਟ, ਥਰਡ ਕੁਆਡਰੈਂਟ, ਫੋਰਥ ਕੁਆਡਰੈਂਟ। ਅਸੀਂ ਇਹਨੂੰ ਆਪਣੀ ਮਰਜ਼ੀ ਨਾਲ ਨਾਮ ਨਹੀਂ ਦੇਈਦਾ, ਇਹ ਇੱਦਾਂ ਹੀ ਹੁੰਦੇ ਆ, ਠੀਕ ਹੈ ਜੀ। ਸੋ ਉਹਨਾਂ ਨੇ ਕਿਹਾ ਉਹਨਾਂ ਦੇ ਜਿਹੜੇ ਸਾਈਨ ਆ ਆਪੋਜ਼ਿਟ ਹੋਣੇ ਚਾਹੀਦੇ। ਆਪੋਜ਼ਿਟ ਮਤਲਬ ਇੱਕ ਪਲੱਸ ਦਾ ਸਾਈਨ ਹੋਵੇ, ਦੂਸਰਾ ਮਾਈਨਸ ਆ। ਪਹਿਲੇ ਵਿੱਚ ਤਾਂ ਪਲੱਸ ਪਲੱਸ ਆ ਤਾਂ ਆ ਹੋ ਨਹੀਂ ਸਕਦਾ, ਦੂਸਰੇ ਵਿੱਚ ਮਾਈਨਸ ਪਲੱਸ ਆ ਮਤਲਬ ਇਹ ਹੋ ਸਕਦਾ, ਤੀਸਰੇ 'ਚ ਮਾਈਨਸ ਮਾਈਨਸ ਆ ਇਹ ਹੋ ਨਹੀਂ ਸਕਦਾ। ਨੈਕਸਟ ਕੀ ਆ ਪੋਜ਼ਿਟਿਵ ਨੈਗੇਟਿਵ ਮਤਲਬ ਇਹ ਵੀ ਹੋ ਸਕਦਾ। ਸੋ ਸੈਕਿੰਡ ਤੇ ਫੋਰਥ ਜਿਹੜਾ ਰਾਈਟ ਆਨਸਰ ਆ। ਸੋ ਆਪਸ਼ਨ ਦੇਖ ਲਓ ਸੈਕਿੰਡ ਐਂਡ 4 ਕਿਹੜਾ ਆ ਡੀ ਆਪਸ਼ਨ। ਸੋ ਡੀ ਆਪਸ਼ਨ ਇਜ਼ ਦਾ ਰਾਈਟ ਆਨਸਰ। ਨੈਕਸਟ ਆ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਪੋਲੀਨੋਮੀਅਲ। ਪੋਲੀਨੋਮੀਅਲ ਇਹਨਾਂ ਵਿੱਚੋਂ ਕਿਹੜਾ ਨਹੀਂ ਆ ਬੱਚੇ। ਪੋਲੀਨੋਮੀਅਲ ਹੁੰਦਾ ਐਕਸ ਦੀ ਜਿਹੜੀ ਪਾਵਰ ਆ ਉਹ 3 4 5 6 7 8 1 ਕੁਛ ਵੀ ਹੋ ਸਕਦੀ, ਬਟ ਰੇਸ਼ੋ ਦੇ ਵਿੱਚ ਨਹੀਂ ਹੋ ਸਕਦੀ। ਹੁਣ ਧਿਆਨ ਦਿਓ ਇੱਥੇ ਐਕਸ ਦੀ ਪਾਵਰ ਕੀ ਆ 2, ਇੱਥੇ ਕੀ ਆ 1, ਤਾਂ ਆ ਪੋਲੀਨੋਮੀਅਲ ਹੈ। ਇੱਥੇ ਕੀ ਆ ਵਾਈ ਦੀ ਪਾਵਰ ਸਕੇਅਰ ਅੰਡਰ ਰੂਟ 2 ਆ ਬੱਚੇ, ਇੱਥੇ ਨਾਲ ਵਾਈ ਨਹੀਂ ਹੈਗਾ। ਇਹਦਾ ਮਤਲਬ ਜੇ ਅੰਡਰ ਰੂਟ ਵਾਈ ਹੁੰਦਾ ਤਾਂ ਇਹ ਪੋਲੀਨੋਮੀਅਲ ਨਹੀਂ ਸੀ, ਫਿਲਹਾਲ ਪੋਲੀਨੋਮੀਅਲ ਹੈਗਾ ਆ। ਇੱਥੇ ਦੇਖੋ ਐਕਸ ਦੀ ਪਾਵਰ ਸਕੇਅਰ, ਐਕਸ ਦੀ ਪਾਵਰ ਅੰਡਰ ਰੂਟ, ਐਕਸ ਦੀ ਪਾਵਰ ਅੰਡਰ ਰੂਟ ਮਤਲਬ 1/2। ਸੋ ਇਹ ਪੋਲੀਨੋਮੀਅਲ ਨਹੀਂ ਆ। 5 ਵੀ ਪੋਲੀਨੋਮੀਅਲ ਆ। ਸੋ ਆਪਸ਼ਨ ਨੰਬਰ ਆ ਗਈ ਸੀ, ਇਹ ਪੋਲੀਨੋਮੀਅਲ ਨਹੀਂ ਆ। ਨੈਕਸਟ ਦੇਖੋ ਦ ਪੁਆਇੰਟ ਵਿਚ ਲਾਈਜ਼ 5 ਯੂਨਿਟਸ ਔਨ ਦ ਨੈਗੇਟਿਵ ਡਾਇਰੈਕਸ਼ਨ ਆਫ ਵਾਈ। ਸੋ ਆਪਾਂ ਇਸ ਤਰੀਕੇ ਨਾਲ ਬਣਾ ਲਿਆ, ਆ ਵਾਈ ਡੈਸ਼ ਆ ਮਤਲਬ ਇੱਧਰ ਨੈਗੇਟਿਵ ਵੈਲਿਊ, ਇੱਥੇ ਕਹਿੰਦੇ 5 ਪੁਆਇੰਟ ਆ। ਸੋ ਇਹਨੂੰ ਕਿੱਦਾਂ ਲਿਖਾਂਗੇ, ਐਕਸ ਐਕਸਿਸ ਤੇ ਕੋਈ ਪੁਆਇੰਟ ਨਹੀਂ ਆ, ਵਾਈ ਐਕਸਿਸ ਤੇ -5 ਆ। ਸੋ -5, ਸੋ ਆਨਸਰ ਆਊਗਾ 0, -5। ਸੋ ਸੀ ਆਪਸ਼ਨ ਇਜ਼ ਦਾ ਰਾਈਟ। ਨੈਕਸਟ ਆ ਵਿਚ ਵਟ ਇਜ਼ ਦ ਡਿਗਰੀ ਆਫ ਜ਼ੀਰੋ ਪੋਲੀਨੋਮੀਅਲ। ਜ਼ੀਰੋ ਪੋਲੀਨੋਮੀਅਲ ਦੀ ਜਿਹੜੀ ਡਿਗਰੀ ਆ ਉਹ ਕਿੰਨੀ ਹੁੰਦੀ ਆ ਬੱਚੇ। ਜ਼ੀਰੋ ਪੋਲੀਨੋਮੀਅਲ ਦੀ ਜਿਹੜੀ ਹਲੇ ਤੱਕ ਕੋਈ ਵੀ ਡਿਗਰੀ ਜਿਹੜੀ ਡਿਫਾਈਨ ਨਹੀਂ ਕੀਤਾ ਗਿਆ, ਸੋ ਆਪਾਂ ਲਿਖ ਦੇਣਾ ਨਾਟ ਡਿਫਾਈਨਡ। ਨੈਕਸਟ ਆ ਦ ਵੈਲਿਊ ਆਫ ਕੇ ਦੀ ਵੈਲਿਊ ਕਹਿੰਦੇ ਪਤਾ ਕਰੋ। ਅਗਰ ਐਕਸ ਵਾਈ ਦੀ ਵੈਲਿਊ ਸਾਨੂੰ ਗਿਵਨ ਹੈ, ਐਕਸ ਅਗਰ 2 ਪੁੱਟ ਕਰਦੀ ਹੈ ਤਾਂ ਵਾਈ ਦੀ ਵੈਲਿਊ 1 ਪੁੱਟ ਕਰਦੀ ਹੈ, ਤਾਂ ਕੇ ਦੀ ਵੈਲਿਊ ਪਤਾ ਕਰੋ। ਸੋ ਆਹ ਵਾਲੀ ਟਰਮ ਆ ਬੱਚੇ 2, ਐਕਸ ਦੀ ਜਗ੍ਹਾ 'ਤੇ ਕੀ ਪੁੱਟ ਕਰਨਾ 2 + 3 ਵਾਈ ਦੀ ਜਗ੍ਹਾ 'ਤੇ ਕੀ ਪੁੱਟ ਕਰਾਂਗੇ 1 = ਕੇ। 2 2s ਆ 4, 3 1s ਆ 3 = ਕੇ। ਸੋ ਕੇ ਦੀ ਵੈਲਿਊ ਕਿੰਨੀ ਆ ਗਈ 3 + 4 ਕਿੰਨਾ ਹੋ ਗਿਆ 7। ਸੋ 7 ਜਿਹੜਾ ਫਾਈਨਲ ਆਨਸਰ ਆ। ਸੋ ਆਪਸ਼ਨ ਦੇਖ ਲਓ 7 ਮਤਲਬ ਕਿ ਏ ਆਪਸ਼ਨ ਇਜ਼ ਦਾ ਰਾਈਟ ਆਨਸਰ। ਨੈਕਸਟ ਆ ਔਨ ਅ ਪਲੇਨ ਸਰਫੇਸ ਵੀ ਕੈਨ ਫਾਈਂਡ ਡੈਸ਼ ਸਟ੍ਰੇਟ ਲਾਈਨਸ। ਪਲੇਨ ਸਰਫੇਸ ਮਤਲਬ ਕਿ ਆਪਣੀ ਕਾਪੀ ਦਾ ਇੱਕ ਪੇਜ ਲੈ ਲਓ, ਮੈਂ ਤੁਹਾਨੂੰ ਕਹਾਂ ਕਿ ਤੇ ਸਟ੍ਰੇਟ ਲਾਈਨਸ ਲਗਾਉਣੀਆਂ, ਤੁਸੀਂ ਸਕੇਲ ਲਿੱਤਾ ਲਾਈਨਸ ਲਗਾਉਣੀਆਂ ਸ਼ੁਰੂ ਕਰਤੀਆਂ ਸਟ੍ਰੇਟ ਲਾਈਨਸ, ਤਾਂ ਕਿੰਨੀਆਂ ਸਟ੍ਰੇਟ ਲਾਈਨਸ ਆ ਅਣਗਿਣਤ, ਜਿੰਨੀਆਂ ਮਰਜ਼ੀ ਲਗਾ ਲਓ ਬਰੀਕ ਬਰੀਕ ਕਰਕੇ, ਜਿੰਨੀਆਂ ਮਰਜ਼ੀ ਬਿਲਕੁਲ ਸਟ੍ਰੇਟ ਲਾਈਨਸ ਲਗਾਉਣੀਆਂ। ਇਹਦਾ ਮਤਲਬ ਜਿੰਨੀਆਂ ਮਰਜ਼ੀ ਲਗਾ ਲਓ, ਸੋ ਅਨੰਤ ਇਨਫਾਈਨਾਈਟ ਲਗਾ ਸਕਦੇ ਹਾਂ। ਨੈਕਸਟ ਕੁਐਸਚਨ ਆ ਇਨ ਦ ਗਿਵਨ ਫਿਗਰ ਇਫ ਏ ਬੀ ਸੀ ਆਰ 3 ਪੁਆਇੰਟਸ ਔਨ ਅ ਲਾਈਨ ਐਂਡ ਅ ਬੀ ਲਾਈਜ਼ ਬਿਟਵੀਨ ਏ ਐਂਡ ਬੀ। ਕਹਿੰਦੇ ਡਾਇਗਰਾਮ ਤੁਸੀਂ ਦੇਖ ਰਹੇ ਆ, ਉਹਦੇ ਵਿੱਚ ਇੱਕ ਇਸ ਤਰੀਕੇ ਦਾ ਡਾਇਗਰਾਮ ਗਿਵਨ ਆ, ਜਿਹੜਾ ਬੀ ਪੁਆਇੰਟ ਆ ਉਹ ਏ ਤੇ ਬੀ ਦੇ ਬਿਲਕੁਲ ਵਿਚਕਾਰ ਲੱਗਿਆ ਹੋਇਆ। ਇਹਦਾ ਮਤਲਬ ਆਹ ਏ ਬੀ ਦਾ ਸਾਈਜ਼ ਉਨਾ ਹੀ ਹੋਏਗਾ ਜਿੰਨਾ ਕਿ ਬੀ ਸੀ ਦਾ ਆ। ਕੀ ਅਸੀਂ ਇਹਨੂੰ ਲਿਖ ਸਕਦੇ ਹਾਂ ਏ ਬੀ + ਬੀ ਸੀ ਆ ਉਹ ਟੋਟਲ ਕਿਹਦੇ ਇਕੁਅਲ ਹੋਏਗਾ ਏ ਸੀ ਦੇ ਬਰਾਬਰ। ਸੋ = ਏ ਸੀ। ਸੋ ਦੇਖ ਲਓ ਕਿਹੜੀ ਇਕੁਏਸ਼ਨ ਮੈਚ ਕਰਦੀ ਆ ਬੀ ਆਪਸ਼ਨ, ਠੀਕ ਆ। ਸੋ ਸਾਡੀ ਆਪਸ਼ਨ ਇਹਦੇ ਨਾਲ ਮੈਚ ਕਰਦੀ ਆ, ਸੋ ਬੀ ਆਨਸਰ ਆ ਗਿਆ। ਨੈਕਸਟ ਆ ਮਿਨੀਮਮ ਨੰਬਰ ਆਫ ਪੁਆਇੰਟ ਪਤਾ ਕਰੋ ਰਿਕੁਆਇਰ ਟੂ ਡਰਾ ਅ ਯੂਨੀਕ ਲਾਈਨ। ਯੂਨੀਕ ਮਤਲਬ ਇੱਕੋ ਹੀ ਲਾਈਨ ਬਣਦੀ ਹੋਵੇ। ਹੁਣ ਉਹਨਾਂ ਨੇ ਕਿਹਾ ਘੱਟੋ ਘੱਟ ਕੋਈ ਪੁਆਇੰਟ ਪਤਾ ਕਰੋ। ਮੰਨ ਲਓ ਇੱਕ ਪੁਆਇੰਟ ਮੈਂ ਆਹ ਲਗਾਤਾ, ਮੈਂ ਤੁਹਾਨੂੰ ਕਹਾਂ ਕਿ ਚੋ ਲਾਈਨ ਪਾਸ ਕਰੋ। ਕੁਝ ਬੱਚੇ ਨੇ ਇੱਧਰੋਂ ਪਾਸ ਕਰ ਦਿੱਤਾ, ਕੁਝ ਦਾ ਦਿਲ ਕੀਤਾ ਉਹਨਾਂ ਨੇ ਸਿੱਧਾ ਪਾਸ ਕਰ ਦਿੱਤਾ, ਕੁਝ ਦਾ ਦਿਲ ਕੀਤਾ ਇੱਧਰੋਂ ਪਾਸ ਕਰ ਦਿੱਤਾ, ਕੁਝ ਦਾ ਦਿਲ ਕੀਤਾ ਇੱਧਰੋਂ। ਇਹਦਾ ਮਤਲਬ ਇੱਕ ਹੀ ਪੁਆਇੰਟ ਦੇ ਵਿੱਚੋਂ ਅਸੀਂ ਨੰਬਰ ਆਫ ਲਾਈਨਸ ਪਾਸ ਕਰ ਸਕਦੇ ਹਾਂ, ਪਰ ਇਹਨਾਂ ਨੇ ਤਾਂ ਕਿਹਾ ਸਿਰਫ ਇੱਕ ਯੂਨੀਕ ਲਾਈਨ ਇੱਕੋ ਵਾਰੀ ਇੱਕ ਰੇਖਾ ਜਿਹੜੀ ਪਾਸ ਹੋਣੀ ਚਾਹੀਦੀ ਆ। ਇਹਦਾ ਮਤਲਬ ਅਸੀਂ 2 ਪੁਆਇੰਟ ਲੈ ਕੇ ਦੇਖਦੇ ਹਾਂ। ਹੁਣ ਮੈਂ ਤੁਹਾਨੂੰ ਦੇ ਦਿੱਤੇ 2 ਪੁਆਇੰਟ ਇਸ ਤਰੀਕੇ ਨਾਲ, ਮੈਂ ਤੁਹਾਨੂੰ ਕਹਾਂ ਕਿ ਇੱਥੇ ਲਾਈਨ ਡਰਾ ਕਰੋ, ਤਾਂ ਸਾਰੀ ਕਲਾਸ ਨੂੰ ਇਹਦੇ ਵਿੱਚੋਂ ਹੀ ਲਾਈਨ ਡਰਾ ਕਰਨੀ ਪਊਗੀ, ਕਿਉਂਕਿ 2 ਪੁਆਇੰਟਸ ਇੱਧਰ ਹੀ ਆ। ਕੋਈ ਵੀ ਬੱਚਾ ਇੱਦਾਂ ਲਾਈਨ ਡਰਾ ਨਹੀਂ ਕਰ ਸਕਦਾ, ਕਿਉਂਕਿ ਤੁਸੀਂ ਆਹ ਪੁਆਇੰਟ ਤਾਂ ਲੈ ਲਿਆ ਪਰ ਆਹ ਛੱਡ ਦਿੱਤਾ, ਠੀਕ ਆ। ਇਹਦਾ ਮਤਲਬ
अगर आ 2 पॉइंट नूं ज्वाइन करांगे तो सारी क्लास आही लाइन लगाएगी। अगर मैं इत्थे 3 पॉइंट्स हुण 3 पॉइंट्स लगा के देख लैने, मैं तुहानूं कहां कि इन्हां नूं मीट करो तां भी सारे क्लास ने इदां ही मीट करने, क्योंकि 3 पॉइंट आ भी स्ट्रेट लाइन बनदी। पर इत्थे कंडीशन की आ, मिनीमम नंबर, घट्टो घट्ट नंबर, मतलब 2 ना भी बन रही आ तो 2 आंसर जोड़ा आ जाएगा। 3 बच्चे ज़्यादा हो गए, 4 तो मैक्सीमम हो गए, फिर इस करके 2 जोड़ा वो राइट ऑप्शन आ। नैक्सट आ कहते मोहनप्रीत एंड हरमन आर पार्टिसिपेटिंग इन 100 मीटर रेस। मोहनप्रीत ਅਤੇ हरमन 3 जाने आ बच्चे, 3 अलग अलग बच्चे आ, उन्होंने 100 मीटर रेस के विच हिस्सा लिया। देयर प्रोबेबिलिटी ऑफ रेस इज़ ऑफ फॉलोइंग, उन्होंने जितन की संभावना सानू गिवन आ। मोहन कहते 0.3 की संभावना नाल जित सकदा, तो प्रीत 1/2, 1/2 नूं बच्चे रेशो दे विच लिखो तो साडा आ जाऊगा 0.5 पॉइंटा दे विच जदों लिखांगे। सिमिलरली हरमन की आ 20%, 20% का मतलब की आ 20/100। सो साडे को कितना आ गया, 0 ना 0 कटिया गया तो 0.2। ਇਹਦਾ मतलब सब तो वध हुज प्रोबेबिलिटी ऑफ विनिंग द ग्रेटर, सब तो ज़्यादा किहदी जितन की संभावना आ 0.5 की। 0.5 कौन आ, प्रीत। प्रीत की जितन की संभावना सब तो ज़्यादा, तो बी ऑप्शन आ जाएगी प्रीत। आई होप बच्चे जोड़ा मॉडल टेस्ट पेपर है यही तुहानूं सॉल्व करने लिए भी दिता गया सी। आई होप कि तुहाडे आंसर्स बिल्कुल सही आते होणगे। बहुत सारे क्वेश्चन तो बहुत की बच्चे 90% क्वेश्चन तो वो आ जोड़े मैं तुहानूं क्लास में डिस्कस किए हुए आ। सो मॉडल टेस्ट पेपर बहुत ज़्यादा ईजी आया हुआ, इसका मतलब पेपर भी काफ़ी हद तक इदां दा हो सकता है। सो अपने पेपर की तैयारी कह लो बहुत वधिया तरीके नाल करना कि तुहाडे 100 आउट ऑफ 40 मार्क्स जोड़े आ सकते होण। सो चलो बच्चे, विच ऑफ द लीनियर इक्वेशन फॉर द गिवन ग्राफ, उन्होंने क्या गिवन ग्राफ विच लीनियर इक्वेशन जिहड़ी आ किहड़ी सैट बैठदी आ। सो बच्चे इत्थे छोटी जी प्रॉब्लम आ, उन्होंने सानू कोई भी ग्राफ मैंशन नहीं किया। उन्होंने कहा वट इज़ द लीनियर इक्वेशन, किहड़ी लीनियर इक्वेशन आ गिवन ग्राफ, बट इत्थे कोई भी ग्राफ मैंशन नहीं है, इस करके आ वाला क्वेश्चन सानू स्किप करना पएगा, ठीक है, क्योंकि ग्राफ उन्होंने कोई भी प्लॉट नहीं किया होया। 24th देखो, on the following, on the solution, one of the solution of the equation x minus 2y equals to 4, ਤਾਂ ਇਹਨਾਂ ਵਿੱਚੋਂ ਕਹਿੰਦੇ ਕਿਹੜਾ ਇੱਕ ਸੋਲਿਊਸ਼ਨ ਬਿਲਕੁਲ ਸਹੀ ਆ। ਇਹ ਸਾਨੂੰ ਕਿੱਦਾਂ ਪਤਾ ਲੱਗੂਗਾ ਕਿ ਕਿਹੜਾ ਸਹੀ ਆ, ਆਪਾਂ ਕੱਲਾ ਕੱਲਾ ਪੁੱਟ ਕਰਕੇ ਦੇਖ ਲੈਂਦੇ ਆ। ਮੰਨ ਲਓ ਅਸੀਂ x ਦੀ ਵੈਲਿਊ ਨਿਕਾਲਣੀ ਆ, ਆਹ ਵਾਲਾ 2y ਦੂਜੇ ਪਾਸੇ ਲੈ ਜਾਓ, ਸੋ ਕਿੰਨਾ ਆ ਗਿਆ 4 + 2y। ਕਲੀਅਰ ਹੋ ਗਿਆ ਕੀ ਕੀਤਾ। ਅਗਰ ਅਸੀਂ y ਦੀ ਵੈਲਿਊ पहले नंबर ते x हुंदा, दूसरे नंबर ते y हुंदा, y की वैल्यू कितनी गिवन आ 2, पहले 2 पुट करके देखते हैं। 4 + 2 × 2, 2 2 ज़ा 4, 4 + 4 8, की साडा 8 आंसर आ रहा, नाल तां 0 आ रहा, तो मतलब आ ऑप्शन गलत आ। दूसरी आप 0 पुट करके देख लैंदे आ, दूसरी आप की पुट करके देखते हैं 0, x = 4 + बच्चे जो यदी जगह ते 0 पुट करांगे, y की जगह ते 0 पुट करांगे, 0 नूं 2 नाल मल्टीप्लाई करांगे तो 0, इसका मतलब x का आंसर कितना आ गया 4, ठीक है, x का आंसर, पर इत्थे तो 2 आ रहा, इसका मतलब आ भी ऑप्शन गलत आ। इत्थे देखो 0 पुट करते तो 4 आ रहा, इसका मतलब आ समीकरण बिल्कुल सही आ। जो 0 पुट करांगे, जिहदी जगह ते 0 पुट कर देता तो x का आंसर 4 आ जाएगा, सो आ भी गलत आ। सो सी ऑप्शन जिहड़ी आ राइट आंसर आ। क्लीयर हो गया बच्चे, असीं किद्दां सॉल्व कीता आ। की करना है, जिहड़ी जिहड़ी वैल्यू उन्होंने सानू दिती हुई उही पुट करके ये देख लैनी आ। जे तो दूसरा आंसर आता हो, मैं जिदा वाई की पुट करके देखी तो एक्स का देख लेना भी सेम आंसर आ रहा नाल दे दा, जे तो सेम आ रहा तो सही आ, जे नहीं आ रहा तो वो ऑप्शन गलत आ। सो उस हिसाब नाल आपां कल्ला कल्ला सॉल्व करके देख लिया तो अपनी सी ऑप्शन राइट आंसर आ। नैक्सट विच ऑफ द फॉलोइंग इज़ अ ग्राफ ऑफ द इक्वेशन x - y = 5। कहते हेठां सानू ग्राफ गिवन आ, इन्हां विचों x - y वाला ग्राफ पता करो कि किहड़ा ग्राफ हो सकता है। किद्दां सॉल्व करांगे इनू। सो सॉल्व करन दा तरीका की आ, x - y = 5 कि असीं लिख सकते हैं x = 5, आ टर्म उधर गई तो प्लस दे y। हुण ध्यान दिओ, जे असीं y नूं 0 पुट कर दिंने आ तो x का आंसर कितना आ जाऊगा 5 + 0, x का आंसर कितना आ गया 5। ਇਹਦਾ मतलब आ देखो 5,0 आ रहा है, ठीक है, असी x, y का आंसर साडा कितना आ गया, x कितना आया साडा 5 और y असी कितना पुट किया सी 0, आ गया सेम आंसर। जबकि बाकियां 3,0, 4,0 तो इधर तो कोई है ही नहीं।
सो आ रहा है मतलब सी ऑप्शन की हो जूगी थोड़ी राइट आंसर। क्लीयर हो गया जी। दूसरा भी पुट करके देख लैंने आ। उन्होंने क्या x -5 आह ये इक्वल आ हुण x 0 आ x 0 पुट करके देख लो तो y आ वाला जो माइनस आ दूसरे पासे शिफ्ट हो जाऊगा तो y का आंसर -5 आ रहा मतलब कि आ ग्राफ पक्का पता लग गया कि यही करैक्ट आंसर है। 26 क्वेश्चन देखो उन्होंने क्या ए बी जोड़ा आ सी डी के पैरल आ पैरल मतलब सेम डायरैक्शन के अगर जा रही आ उन्होंने सानू एंगल भी दिते हुए आ ए बी ओ जोड़ा आ 75 डिग्री आ ठीक है आ 75 डिग्री आ वाला एंगल जोड़ा आ वो 45 डिग्री आ तो डी ओ बी मतलब कि आ वाला एंगल जोड़ा असी पता करना। सो आ वाला एंगल पता करने के लिए सब तो पहला असी की करते हैं ध्यान नाल देखो असी की किया इत्थे डॉटेड लाइन ड्रॉ कर ली स्केल लिता डॉटेड लाइन ड्रॉ कर ली ठीक है जी। एक एंगल साडा किन्ने दा सी 75 ते 45 सो इस तरह ड्रॉ किया आ किन्ना आ 75 डिग्री आ किन्ना 45 ਇਹਦਾ मतलब सानू पता कि वर्टिकली ऑपोजिट एंगल्स ਜਿਹੜੇ ਹੁੰਦੇ ਆ ਉਹ ਕੀ ਹੁੰਦੇ ਆ ਬਰਾਬਰ। ਇਹਦਾ मतलब आ एंगल किन्ने ਦਾ आ गया 75 डिग्री ਦਾ। सिमिलरली आ भी बच्चे इस तरीके ਨਾਲ बन रहा ठीक है। ਇਹਦਾ मतलब आ भी एंगल किन्ने ਦਾ हो गया 45। उन्होंने तो टोटल एंगल पता करने ਨੂੰ ਕਿਹਾ सो 75 + 45 इज इक्वल टू इनू सारे नू ऐड करके देख लो 120 डिग्री। सो आंसर ओ ते किन्ना आ जाऊगा 120 डिग्री। सो ऑप्शन देख लो बच्चे इत्थे 300 750 इत्थे आ 30 डिग्री 75 डिग्री 120 डिग्री 45 डिग्री। सो साडा आंसर आ जाएगा 120 डिग्री। क्लीयर हो गया जी। इत्थे भी 450 ते 750 आ ये 75 डिग्री आ और आह 45 डिग्री आ। क्लीयर हो गया जी। चलो नैक्सट क्वेश्चन ते चलते हैं। कहते इफ एल एंड एम एल ते एम जोड़ा आ वो की आ दो पैरल लाइनस आ तो एक्स की वैल्यू पता करो। एक्स की वैल्यू बच्चे आही सेम आ ठीक है। अगर इदा आ दो पैरल लाइनस के विचकारले जिदा आ एंगल्स बन रहे दोनों की होंगे आ ईक्वल एंगल्स होंगे आ ईक्वल आ। ਇਹਦਾ मतलब ਅਸੀਂ लिख सकते हैं जोड़ा 5x - 40 डिग्री आ वो किहदे बराबर आ 3x + 60 दे। हुण 3x इधर ले आओ जो इधर लैके आवांगे तो माइनस का हो जाएगा आ 40 नूं दूसरे पासे लै जाओ जो 40 नूं दूसरे पासे लैके जावांगे तो +40 डिग्री हो जाएगा। इत्थे आ गया 2x = 100 तो x का आंसर कितना आ गया 50। सो सी ऑप्शन आ जाएगा 50। नैक्सट देखो जी बच्चे तुहाडे बुक का ही क्वेश्चन आ जिहड़ा 28th क्वेश्चन आ तुहाडी बुक विचों एस सच क्वेश्चन जिहड़ा आ लिता गया आ। उन्होंने क्या इन गिवन फिगर दिते हुए चित्र दे विच इफ लाइनस पी क्यू जी पी क्यू आ वो आर एस नूं इंटरसैक्ट कर रही आ आ वाली जी पी क्यू लाइन आ वाली जी रेखा आ वो आर एस नूं टी पॉइंट के उपर कटदी पई आ। दैन तुहानूं एंगल गिवन आ पी आर टी मतलब आ वाला एंगल जिहड़ा तुहानूं गिवन आ 40 डिग्री 95 75 ये सारे गिवन आ तो एस क्यू टी आ वाला एंगल जिहड़ा तुसीं पता करना। सो ध्यान नाल देखो बच्चे आ एंगल किद्दां पता करांगे बहुत ईजी आ घबराना नहीं आ वाला एंगल जिहड़ा असी पता करना। सो सम ऑफ 3 एंगल ऑफ ट्राइंगल बच्चे कितना हुंदा 180 किहदे इक्वल हुंदा 180। सो आपां एक्स मान लैंदे आ। सो असी की लिखण लगे आ x + 40 + 95 डिग्री = 180 डिग्री x इज +5 135 = 180 डिग्री। सो x का आंसर कितना आ गया 180 डिग्री - 135। बच्चे 180 ਦੇ ਵਿੱਚੋਂ ਜਿਹੜਾ 135 ਆ जल्दी जल्दी कैलकुलेट करके दसो कि ਤੁਹਾਡਾ आंसर कितना आ रहा 45 डिग्री। ਇਹਦਾ मतलब आ एंगल पता लग गया 45 डिग्री क्योंकि आ वर्टिकली ऑपोजिट एंगल आ तो आ भी पता लग गया 45 आ। हुण अगेन बच्चे सम ऑफ 3 एंगल ऑफ ट्राइंगल किहदे इक्वल आ 180। ਇਹਦਾ मतलब 45 + 75 प्लस हुण आ वाले एंगल नूं y नाम दे दो y = 180 डिग्री। सो y प्लस हुण इनू ऐड करो 120 = 180। सो y का आंसर कितना आ गया 180 विचों 120 जिहड़ा आ माइनस कर दो तो आ गया 60 डिग्री। सो आंसर तुहाडा कितना आ गया 60 डिग्री। सो ऑप्शन चैक कर लो बच्चे 60 डिग्री जिहड़ी आ बी ऑप्शन जिहड़ी आ तुहाडी राइट आंसर आ जाऊगी। ठीक है जी। नैक्सट आ जाओ
ਕਹਿੰਦੇ ਇੱਕ ਕੁਆਇਨ ਆ ਉਹਨੂੰ 1000 ਟਾਈਮਸ ਅਸੀਂ ਟੌਸ ਕੀਤਾ। ਹੈਡ ਮਤਲਬ ਚਿੱਤ ਤੇ ਟੇਲ ਮਤਲਬ ਪੱਟ। ਕੁਆਇਨ ਦੇਖਿਆ ਬੱਚੇ ਤੁਸੀਂ? ਕੁਆਇਨ ਤਾਂ ਦੇਖਿਆ ਹੀ ਹੋਏਗਾ। ਕੁਆਇਨ ਦਾ ਇੱਕ ਹੈਡ ਹੁੰਦਾ ਇੱਕ ਟੇਲ ਹੁੰਦਾ। ਜਿਹੜਾ ਹੈਡ ਆ ਉਹ 455 ਟਾਈਮਸ ਆਏਗਾ ਤਾਂ ਟੇਲ 545 ਟਾਈਮਸ ਆਏਗਾ। ਫਾਈਂਡ ਦ ਪ੍ਰੋਬੇਬਿਲਿਟੀ ਫॉर ਈਚ ਈਵੈਂਟ। ਹਰ ਈਵੈਂਟ ਦੀ ਜਿਹੜੀ ਆ ਪ੍ਰੋਬੇਬਿਲਿਟੀ ਪਤਾ ਕਰੋ। ਸੋ ਕਿੱਦਾਂ ਪ੍ਰੋਬੇਬਿਲਿਟੀ ਪਤਾ ਕਰਾਂਗੇ? ਪਹਿਲਾਂ ਤਾਂ ਟੇਲ ਹੈਡ ਦੀ ਕੱਢ ਲੈਂਦੇ। ਹੈਡ ਕਿਹਦੇ ਆ? 455/1000 ਟੋਟਲ ਈਵੈਂਟਸ ਲਿਖਣੇ ਹੁੰਦੇ ਆ। ਫੇਵਰੇਬਲ ਕੇਸਿਸ ਡਿਵਾਈਡਡ ਬਾਈ ਟੋਟਲ ਨੰਬਰ ਆਫ ਕੇਸ। ਟੋਟਲ ਨੰਬਰ ਆਫ ਕੇਸ ਕਿੰਨੇ ਆ? 1000। ਤਾਂ ਟੇਲ ਕਿੰਨਾ ਆ? 545 ਡਿਵਾਈਡਡ ਬਾਈ 1000। ਸੋ ਆਂਸਰ ਆ ਗਿਆ 0.455। ਇੱਧਰ ਆ ਗਿਆ 0.545। ਸੋ ਆਪਸ਼ਨ ਨੰਬਰ A ਇਜ਼ ਦਾ ਕਰੈਕਟ ਆਂਸਰ। ਨੈਕਸਟ ਆ ਦ ਸਮ ਆਫ ਆਲ ਪ੍ਰੋਬੇਬਿਲਿਟੀਜ਼ ਆਫ ਐਨ ਈਵੈਂਟ ਇਜ਼ ਇਕੁਅਲ ਟੂ। ਸਾਰੀ ਜਿੰਨੀਆਂ ਵੀ ਪ੍ਰੋਬੇਬਿਲਿਟੀ ਦਾ ਅਗਰ ਅਸੀਂ ਸਮ ਲਈਏ ਤਾਂ ਉਹਦਾ ਈਵੈਂਟ ਜਿਹੜਾ ਆ 1 ਦੇ ਇਕੁਅਲ ਹੁੰਦਾ ਆ। ਨੈਕਸਟ ਆ 3 angles of a quadrilateral are 75 degree, 90 degree, 75. What is the fourth angle? ਆਹ ਕੁਐਸਚਨ ਬੱਚੇ ਕਲਾਸ ਵਿੱਚ ਵੀ ਬਹੁਤ ਵਾਰ ਕਰਵਾਇਆ ਗਿਆ ਆ ਕਿ ਜਿਹੜਾ ਆ ਕੁਆਡਰੀਲੇਟਰ ਦੇ 4 ਕੋਣਾਂ ਦਾ ਜਿਹੜਾ ਜੋੜ ਆ ਉਹ 360 ਦੇ ਬਰਾਬਰ ਹੁੰਦਾ। ਇਹਦਾ ਮਤਲਬ 75 ਡਿਗਰੀ ਪਲੱਸ 90 ਡਿਗਰੀ ਪਲੱਸ 75 ਡਿਗਰੀ ਪਲੱਸ ਚੌਥਾ ਐਂਗਲ ਕੀ ਆ? x ਇਜ਼ ਇਕੁਅਲਸ ਟੂ 360 ਡਿਗਰੀ। ਹੁਣ ਆ ਸਾਰੀਆਂ ਟਰਮਸ ਨੂੰ ਬੱਚੇ ਐਡ ਕਰੋ। ਜਦੋਂ ਅਸੀਂ ਇਹਨੂੰ ਐਡ ਕਰਾਂਗੇ ਤਾਂ ਕਿੰਨਾ ਆਨਸਰ ਆ ਜਾਊਗਾ ਤੁਹਾਡਾ? ਇੱਕ ਗਿਆ ਕੈਰੀ 'ਚ 7 7 14 ਤੇ ਇੱਕ 15 15 ਜਮਾ 9 ਕਿੰਨੇ ਹੋ ਗਏ? 240 240 ਡਿਗਰੀ ਪਲੱਸ x ਇਜ਼ ਇਕੁਅਲਸ ਟੂ 360। x ਇਜ਼ ਇਕੁਅਲਸ ਟੂ 360 ਮਾਈਨਸ 240। ਸੋ 360 ਚੋਂ ਬੱਚੇ 240 ਮਾਈਨਸ ਕੀਤਾ ਤਾਂ ਸਾਡੇ ਕੋਲ ਆ ਗਿਆ 120 ਡਿਗਰੀ। ਸੋ 120 ਡਿਗਰੀ ਜਿਹੜਾ ਆ ਤੁਹਾਡਾ ਫਾਈਨਲ ਆਂਸਰ ਆ ਜਾਏਗਾ। ਸੋ 120 ਡਿਗਰੀ ਤੁਸੀਂ ਆਪਸ਼ਨ ਨੰਬਰ ਦੇਖ ਸਕਦੇ ਆ, C ਆਪਸ਼ਨ ਜਿਹੜੀ ਆ ਰਾਈਟ ਆਂਸਰ ਹੈ। 32 ਦੇਖੋ ਦ ਐਂਗਲਸ ਆਫ ਅ ਕੁਆਡਰੀਲੇਟਰ ਆਰ ਇਨ ਦ ਰੇਸ਼ੋ। ਰੇਸ਼ੋ ਗਿਵਨ ਹੈ ਤਾਂ ਮਤਲਬ 3x ਪਲੱਸ 5x ਪਲੱਸ 9x ਪਲੱਸ 13x ਕਿਹਦੇ ਬਰਾਬਰ ਆ? 360 ਦੇ ਬਰਾਬਰ। ਹੁਣ ਆ ਸਾਰੀਆਂ ਟਰਮਸ ਨੂੰ ਤੁਸੀਂ ਐਡ ਕਰ ਲਓ। ਜਦੋਂ ਐਡ ਕਰੋਗੇ ਤਾਂ 30x ਇਜ਼ ਇਕੁਅਲਸ ਟੂ 360। ਬੱਚੇ ਆ ਸਾਰੇ ਕੁਐਸਚਨ ਤੁਹਾਡੀ ਬੁੱਕ ਦੇ ਵਿੱਚ ਤੁਹਾਨੂੰ ਮਿਲ ਜਾਣਗੇ। 31st ਕੁਐਸਚਨ ਵੀ ਤੁਹਾਡੀ ਬੁੱਕ 'ਚੋਂ ਡਾਇਰੈਕਟ ਲਿੱਤਾ ਗਿਆ। 32 ਕੁਐਸਚਨ ਵੀ ਤੁਹਾਡੀ ਬੁੱਕ ਦਾ 8ਵੇਂ ਯੂਨਿਟ ਦਾ ਡਾਇਰੈਕਟ ਕੁਐਸਚਨ ਲਿੱਤਾ ਗਿਆ। 0 ਨਾਲ 0 ਕੈਂਸਲ ਤਾਂ x ਦੀ ਵੈਲਿਊ ਕਿੰਨੀ ਆ ਗਈ? 36 ਡਿਵਾਈਡਡ ਬਾਈ 3 ਕੱਟ ਕੇ ਆ ਗਿਆ 12 ਡਿਗਰੀ। x ਦੀ ਵੈਲਿਊ 12 ਆ। ਇਹਦਾ ਮਤਲਬ 3x ਦੀ ਵੈਲਿਊ ਕਿੰਨੀ ਹੋ ਜੂਗੀ? 3 ਗੁਣਾ 12। 5x ਦੀ ਵੈਲਿਊ 5 ਗੁਣਾ 12। ਨੈਕਸਟ 9x ਦੀ ਵੈਲਿਊ 9 ਗੁਣਾ 12 ਤੇ 13x ਦੀ ਵੈਲਿਊ 13 ਗੁਣਾ 12। ਸੋ ਆ ਸਾਰਿਆਂ ਨੂੰ ਬੱਚੇ ਸੋਲਵ ਕਰਕੇ ਦੇਖ ਲਓ। ਉਹ ਕਹਿੰਦੇ ਸਭ ਤੋਂ ਛੋਟਾ ਐਂਗਲ ਕਿਹੜਾ? 3 ਨੂੰ ਜਦੋਂ 12 ਨਾਲ ਮਲਟੀਪਲਾਈ ਕਰਾਂਗੇ 36। ਨੈਕਸਟ ਕਿੰਨਾ ਆ? 5 ਨਾਲ ਮਲਟੀਪਲਾਈ ਕਰਾਂਗੇ ਤਾਂ 60। ਨੈਕਸਟ 12 ਗੁਣਾ 9 ਗੁਣਾ 12 108 ਡਿਗਰੀ। ਨੈਕਸਟ 13 ਗੁਣਾ 12 156। ਸਭ ਤੋਂ ਛੋਟਾ ਕੌਣ ਆ? 36। ਸਭ ਤੋਂ ਛੋਟਾ ਕੌਣ ਆ? 36। ਸੋ 36 ਤੇ ਅਸੀਂ ਆਨਸਰ ਟਿਕ ਲਗਾ ਦੇਣਾ। ਨੈਕਸਟ ਆ ਵਿਚ ਆਫ ਦ ਫੋਲੋਇੰਗ ਇਟ ਆ ਨਾਟ ਅ ਪੋਲੀਨੋਮੀਅਲ ਨਾਟ ਅ ਪੈਰਲੋਗ੍ਰਾਮ। ਹੁਣ ਪੈਰਲੋਗ੍ਰਾਮ ਕਿਹੜਾ ਹੁੰਦਾ? ਪੈਰਲੋਗ੍ਰਾਮ ਹੁੰਦਾ ਜਿਹਦੀਆਂ ਆਮਣੇ ਸਾਹਮਣੇ ਵਾਲੀਆਂ ਭੁਜਾਵਾਂ ਬਰਾਬਰ ਹੋਣ। ਫੋਰ ਐਗਜ਼ਾਮਪਲ ਅਗਰ ਇਸ ਤਰੀਕੇ ਨਾਲ ਬਣਾ ਦਿੱਤਾ ਜਾਵੇ, ਆਹ ਵਾਲੀ ਜਿਹੜੀ ਲਾਈਨ ਆ ਉਹ ਇਹਦੇ ਪੈਰਲਲ ਆ, ਆਹ ਵਾਲੀ ਲਾਈਨ ਇਹਦੇ ਪੈਰਲਲ ਆ। ਠੀਕ ਹੈ ਜੀ। ਅਗਰ ਅਸੀਂ ਰੈਕਟੈਂਗਲ ਬਣਾ ਦਈਏ, ਰੈਕਟੈਂਗਲ 'ਚ ਵੀ ਕੀ ਆ? ਆਹ ਵਾਲੀ ਲਾਈਨ ਇਹਦੇ ਪੈਰਲਲ ਆ, ਆਹ ਵਾਲੀ ਲਾਈਨ ਇਹਦੇ ਪੈਰਲਲ ਆ। ਸੋ ਇਹ ਵੀ ਪੈਰਲੋਗ੍ਰਾਮ ਆ। ਅਗਰ ਅਸੀਂ ਸਕੁਅਰ ਬਣਾ ਦਈਏ, ਸਕੁਅਰ 'ਚ ਵੀ ਇੱਦਾਂ ਹੀ ਆ, ਆਹ ਵਾਲੀ ਲਾਈਨ ਇਹਦੇ ਪੈਰਲਲ ਤੇ ਆਹ ਵਾਲੀ ਲਾਈਨ ਇਹਦੇ ਪੈਰਲਲ। ਅਗਰ ਅਸੀਂ ਰੋਮਬਸ ਬਣਾ ਦਈਏ, ਰੋਮਬਸ 'ਚ ਆਹ ਵਾਲੀ ਲਾਈਨ ਇਹਦੇ ਪੈਰਲਲ ਤੇ ਆਹ ਇਹਦੇ ਪੈਰਲਲ। ਮਤਲਬ ਇਹ ਸਾਰੀਆਂ ਪੈਰਲੋਗ੍ਰਾਮ ਆ। ਤਾਂ ਰੋਮਬਸ ਵੀ ਪੈਰਲੋਗ੍ਰਾਮ ਆ, ਸਕੁਅਰ ਵੀ ਪੈਰਲੋਗ੍ਰਾਮ। ਟਰਪੀਜ਼ੀਅਮ ਪੈਰਲੋਗ੍ਰਾਮ ਨਹੀਂ ਹੈਗਾ ਤਾਂ ਰੈਕਟੈਂਗਲ। ਹੁਣ ਬੱਚੇ ਟਰਪੀਜ਼ੀਅਮ ਕੀ ਹੁੰਦਾ ਆ? ਜਿੱਦਾਂ ਆਹ ਵਾਲੀ ਸ਼ੇਪ ਆ ਤਾਂ ਇਹਦੇ ਪੈਰਲਲ ਹੈ ਪਰ ਆ ਇੱਧਰ ਨੂੰ ਜਾ ਰਿਹਾ, ਇੱਧਰ ਨੂੰ ਜਾ ਰਿਹਾ, ਦੋਨੋਂ ਕੱਟਣਗੇ ਇੱਕ ਪੁਆਇੰਟ 'ਤੇ ਜਾ ਕੇ। ਇਹ ਕੀ ਆ? ਪੈਰਲਲ ਨਹੀਂ ਆ। ਸੋ ਟਰਪੀਜ਼ੀਅਮ ਜਿਹੜਾ ਆ ਪੈਰਲੋਗ੍ਰਾਮ ਨਹੀਂ ਆ। ਸੋ ਟਰਪੀਜ਼ੀਅਮ ਆਨਸਰ ਆ ਜਾਏਗਾ। ਨੈਕਸਟ ਆ 11 ਬੈਗ ਆ ਵੀਟ ਫਲੋਰ ਦੇ। ਇਹ ਵੀ ਬੱਚੇ ਤੁਹਾਡੀ ਬੁੱਕ 'ਚੋਂ ਡਾਇਰੈਕਟ ਕੁਐਸਚਨ ਚੱਕਿਆ ਗਿਆ ਆ। ਈਚ ਮਾਰਕ 5 kg। ਹਰ ਇੱਕ ਜਿਹੜਾ ਆ 5 ਕਿਲੋ ਦਾ ਬੋਰਾ ਆ। ਠੀਕ ਹੈ। ਤੁਹਾਡੇ ਸਾਹਮਣੇ 11 ਜਿਹੜੇ ਆ ਆਟੇ ਦੇ ਬੋਰੇ ਪਏ ਆ, ਹਰ ਜਿਹੜੇ 5-5 ਕਿਲੋ ਦੇ ਆ। ਫਿਰ ਅਸੀਂ ਜਦੋਂ ਮੈਜਰ ਕੀਤਾ ਉਹਦਾ ਭਾਰ ਕਿੰਨਾ ਆ? 4.7397। ਠੀਕ ਹੈ। ਇਹਦਾ ਮਤਲਬ ਥੋੜ੍ਹਾ ਜਿਹਾ ਘੱਟ ਆ। ਅਗਲਾ 5.05 ਥੋੜ੍ਹਾ ਜਿਹਾ ਵੱਧ ਆ। ਉਹ ਕਹਿੰਦੇ
फाइंड द प्रोबेबिलिटी दैट हैव एनी ऑफ दैम बैग चूज एट रैंडम कंटेन्स मोर दैन 5 kg, जिन्हां दा 5 kg तो भार वध होवे। फॉर एग्जाम्पल 1 2 3 4 5 6 7 टोटल बैग्स किन्ने आ 7, टोटल ईवेंट्स किन्ने आ 11। सो 7/11 जिहड़ा आंसर राइट आंसर आ। नैक्सट आ कहते PE की वैल्यू जी 0.05 आ, कहते P0E की वैल्यू जी आ पता करो। सो P0 कितना पता करिया जाता, P0 मतलब 1 चो असी प्रोबेबिलिटी जी आ माइनस कर देनी, PE नू माइनस कर देना। सो PE कितनी है 0.05, तो आंसर कितना आ जाएगा 0.95। सो बी ऑप्शन इज द राइट आंसर। 36 क्वेश्चन भी थोड़ी बुक विचों डायरैक्ट लिता गया है। इन द गिवन फिगर थोड़ी सामने एक फिगर आ, कहते कि DCE की वैल्यू पता करो। DCE मतलब आ वाली वैल्यू पता करो। पहला स्टैप तो ये होएगा कि ABE जड़ा आ वो AED दे इक्वल आ, मतलब ए दे बराबर आ। सो आ भी 35 आ, तो आ एंगल भी कितना होएगा 35। सो आ नीचे वाला एक की बन रहा ट्राइंगल, सम ऑफ 3 एंगल ऑफ ट्राइंगल इज 180। सो 53 डिग्री प्लस 35 डिग्री प्लस x इज इक्वल्स टू 180 डिग्री। सो दोनों को ऐड किया 88 प्लस x इज इक्वल्स टू 180 डिग्री। सो x कितना आ जाएगा 180 ਦੇ ਵਿੱਚੋਂ ਜਦੋਂ ਅਸੀਂ 88 डिग्री ਨੂੰ माइनस करांगे तो साडा आ गया 92 डिग्री। ठीक है जी, 92 मतलब कि बी ऑप्शन जी है थोड़ी राइट आंसर है। नैक्सट आ इन अ थ्रोन ऑफ अ डाइस। डाइस पता बच्चे जिन्ना तुसीं लूडो वगैरह खेडते हो, वो 6 पासे होंगे ਉਹਦੇ। फाइंड द प्रोबेबिलिटी नॉट गेटिंग 4 एंड 5। सानू पता अगर असीं ਉਹਨੂੰ सुट्टदे हां तो वैल्यू 1 2 3 4 5 ते 6 आ सकती है, क्योंकि 6 पासे होंगे। वो कहते चौथा तो पंजवां नहीं आना चाहिए, तो बाकी किन्ने बच गए 1 2 3 4 4 डिवाइडेड बाय टोटल नंबर किन्ने आ 6। सो 2 के टेबल से कट्टे तो 2/3 जड़ा आ आंसर आ जाएगा। सो बी ऑप्शन आ जाऊगी 2/3। नैक्सट आ विच ऑफ द फॉलोइंग पॉइंट लाइज ऑन लाइन x इक्वल्स टू y। कहते आ कंडीशन होनी चाहिए, जे असी x की वैल्यू 4 पुट करते हैं तो y की वैल्यू भी 4 ही होनी चाहिए, जबकि इत्थे की लिखिया 1। सो आ नहीं हो सकता, आ भी नहीं हो सकता, आ भी नहीं हो सकता, आ हो सकता। जो x की वैल्यू 1 पुट किया तो y की वैल्यू भी 1 आ जाऊगी। सो 1, 1 इज द राइट आंसर। विच टू लाइन्स इंटरसैक्ट एट अ पॉइंट वैन देयर एंगल आर इक्वल। कोई इदा का पॉइंट लभो, वो इंटरसैक्ट मतलब लाइनां आपस च कटदियां होण ते आमने सामने वाले जिहड़े एंगल आ वो बराबर आ जाण। तो कदों बराबर आते जो वर्टिकली ओपोजिट शिखर सन्मुख कोण होण, उदों जड़ियां असीं दो रेखावां नूं आपस विच कटदे हां तां बराबर एंगल्स आ जांदे आ। सो वर्टिकली ओपोजिट एंगल्स। लास्ट क्वेश्चन आ बच्चे अज दा इस वीडियो का, विच ऑफ द फॉलोइंग एंगल कैन नॉट बी द एक्सटर्नल एंगल ऑफ अ ट्राइंगल। एक्सटर्नल मतलब बाहरी एंगल जिहड़ा आ नहीं हो सकता। पहला तो ट्राइंगल बना लो, ट्राइंगल का सब तो वड्डा एंगल जिहड़ा 60 डिग्री का हुंदा, मतलब आ भी 60 का होएगा, आ भी 60 का होएगा। ठीक है जी, अगर ट्राइंगल इदां दा आ ना इन्हां विचों किहड़ा एंगल जिहड़ा आ कहंदे बाहरी एंगल नहीं हो सकता। इहदा मतलब 60 तो घट जिन्ने भी होणगे इंटरनल एंगल्स होणगे, इस तो बाहर वाले जिन्ने भी एंगल्स होणगे ओह एक्सटर्नल एंगल होणगे। इहदा मतलब ਵੱਡੇ देख लो 60 तो ਵੱਡਾ, आ भी 60 तो ਵੱਡਾ, आ भी 60 तो ਵੱਡਾ, आ भी 60 तो ਵੱਡਾ, मतलब ये एक्सटर्नल हो सकदी आ। विच ऑफ द फॉलोइंग एंगल हेठ दित्तिਆਂ ਵਿੱਚੋਂ ਕਿਹੜਾ ਇੱਕ त्रिभुज ਦਾ बाहरी कोण नहीं हो सकता। नहीं हो सकता 30 डिग्री, क्योंकि 60 तो घट इक्को ही एंगल आ 30 डिग्री। सो 30 डिग्री जड़ा आ राइट आंसर आ। सो 30 इज़ द फाइनल आंसर। डन। सो बच्चे अज दे इस पूरे वीडियो दे विच असी क्लास 9th दे MCQs डिस्कस किते, जो कि मॉडल टेस्ट पेपर आ बच्चे तुहाडा। सो अगर किसी भी क्वेश्चन नूं समझण विच तुहानूं प्रॉब्लम आई होवे तां तुसीं कमेंट सैक्शन दे विच लिख सकदे आ। सो वीडियो तुहानूं किद्दां दी लगी तुसीं ओह कमेंट सैक्शन दे विच लिख सकदे आ। सो वीडियो नूं लाइक कर दो, अपने सारे फ्रेंड सर्कल तक, अपने रिलेटिव्स तक, जिन्ने भी 9th दे स्टूडेंट्स आ उन्हां दे नाल शेयर कर दो, और वीडियो नूं सबसक्राइब करना, चैनल नूं सबसक्राइब करना ना भुलना। थैंक यू सो मच।